पूरे पाकिस्तान जी मिसाल कायम करांगे कि अल्लाह के हुक्म नाल 1 एकड़ 2 एकड़ वाले भी फार्मर मेहनत करके अगे बढ़ सकते हैं इंशाअल्लाह। और एक नारा दिल नाल जोर दी अल्लाह अकबर। हर जगह ते 50% पानी बचदा पिया। मैं नहीं कह रहा, फार्मर कह रहा कि यह जिन्नी भी तुसीं खुराक पा रहे हो ना वो सारी पौधे को 100% दे रही है। यह अंदर पानी जिहड़ा ना तुहाडा स्टॉक कर लेगी। ਇਹਦੇ ਨਾਲ ਤੁਹਾਨੂੰ ਅੰਦਰ ਟੈਂਕ ਬਣ ਜਾਣਗੇ। ਪਹਿਲਾ ਟੈਂਕ ਪਹਿਲੀ ਐਪਲੀਕੇਸ਼ਨ ਤੋਂ ਬਾਅਦ, ਦੂਜਾ ਟੈਂਕ ਦੂਜੀ ਐਪਲੀਕੇਸ਼ਨ ਤੋਂ ਬਾਅਦ। ਖੜੇ ਹੋ ਕੇ ਆਵਾਜ਼ ਲਾਓ ਜੀ ਅੱਲਾਹੁ ਅਕਬਰ ਬੋਲੋ, ਅੱਲਾਹੁ ਅਕਬਰ ਬੋਲੋ, ਅੱਲਾਹੁ ਅਕਬਰ ਬੋਲੋ, ਮਿਹਨਤ ਕਰਾਂਗੇ। बड़ी हुसैन सियासा है जो हमारे नसीब में तशरीफनाज जो है। सबसे पहले मैं अपने अल्लाह का शुक्र अदा करना चाहता हूँ कि शुक्र अल्हम्दुलिल्लाह रब्बिल आलमीन कि अल्लाह ने मुझे इस काबिल बनाया कि और मेरी तरफ से सब किसानों को अस्सलाम वालेकुम व रहमतुल्लाहि व बरकातहू। अच्छा ਉਹ ਜਿਹੜਾ ਆਪਣਾ 22 ਪਿੰਡਾਂ ਤੱਕ ਅਸੀਂ ਪਹੁੰਚ ਰਹੇ ਹਾਂ ਨਾ, ਉਹ ਅਸੀਂ ਇਸ ਤਰ੍ਹਾਂ ਪਹੁੰਚ ਰਹੇ ਹਾਂ ਕਿ ਅਗਰ ਤੁਸੀਂ ਝੂਠ ਨਹੀਂ ਬੋਲੋਗੇ, ਮੇਰਾ ਸਾਥ ਦੇਓਗੇ, ਯਾਰ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਅੱਲਾਹੁ ਅਕਬਰ ਤੁਸੀਂ ਪ੍ਰੋਪਰ ਪੜ੍ਹਨਾ ਹੈ। ਇਹ ਨਹੀਂ ਕਰਨਾ ਕਿ ਛੱਡ ਦਿਓ। ਦੇਖੋ ਨਾ, ਵਾਅਦਾ ਕਰਦੇ ਹੋ, ਹੱਥ ਖੜਾ ਕਰਕੇ ਜਰਾ ਤੁਸੀਂ ਅੱਲਾਹੁ ਅਕਬਰ ਪੜ੍ਹਨਾ ਤੁਸੀਂ। ਦੇਖੋ ਅੱਲਾਹ ਦੇ ਨਾਮ ਤੇ ਤੁਸੀਂ ਕਿਉਂ ਘਬਰਾ ਰਹੇ ਹੋ? ਖੜਾ ਕੇ ਕਹੋ ਨਾ ਅੱਲਾਹੁ ਅਕਬਰ। ਖੜੇ ਹੋ ਕੇ ਆਵਾਜ਼ ਲਾਓ ਜੀ ਅੱਲਾਹੁ ਅਕਬਰ ਪੜ੍ਹੋਗੇ, ਅੱਲਾਹੁ ਅਕਬਰ ਪੜ੍ਹੋਗੇ, क्योंकि अल्लाह देखो वो सोना भी हो गया जिन्ने तक अल्लाह ने नाल शामिल कर ली है ना, उन्हें को अल्लाह ने शामिल किया नाल इस करता था कि ਤੁਹਾਨੂੰ फायदा पहुंचे। अगर मैं तो वैसे कहता तो ਤੁਸੀਂ कहना यार पता नहीं शाह साहब ਸਾਨੂੰ ਲੁੱਟਣ ਆ ਗਏ, ਸਾਨੂੰ ਦਾਲ ਲਾਣ ਆ ਗਏ ਹੁੰਦਾ ਨਾ। ਤੇ ਜਦੋਂ ਸ਼ਾਹ ਸਾਹਿਬ ਇਹ ਕਹਿੰਦੇ ਮੇਰੇ ਇਹ ਭਾਜੀ ਤੁਸੀਂ ਆਪਣੀ ਜ਼ਮੀਨ ਤੇ ਝੂਠ ਬੋਲਣ ਤੋਂ ਬਗੈਰ ਇਹਨੂੰ ਇਸਤੇਮਾਲ ਕਰਕੇ ਜੋ ਮੇਰਾ ਤਰੀਕਾਕਾਰ ਉਸੇ ਅਮਲ ਕਰ ਲਓ, ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਵੇਖੋ ਇਹਨੂੰ ਰੱਬ ਕਰਾਂਗਾ। ਅੱਜ ਅਸੀਂ ਇਹ ਲੋਕ ਹੈ ਨਾ, ਇਨਸ਼ਾਅੱਲਾ ਅਗਲੀ ਦਫਾ ਇਹ ਮੇਰੀ ਗੱਲ ਯਾਦ ਰੱਖਣਾ, ਮੈਨੂੰ ਅੱਲਾਹ ਦੇ ਇੰਨਾ ਬਲੀਮ ਔਰ ਯਕੀਨ ਹੈ ਕਿ ਅਗਲੀ ਦਫਾ ਸਾਨੂੰ ਜਿੱਥੋਂ ਤੱਕ ਨਜ਼ਰ ਆਏਗਾ ਉੱਥੋਂ ਤੱਕ ਲੋਕ ਹੋਣ। ਕਿਉਂਕਿ ਇਨਕਲਾਬ ਜੋ ਨਾ, ਇਨਕਲਾਬ ਪਿਛਲੀ ਦਫਾ ਮੈਂ ਆਇਆ ਤੇ 15 ਬੰਦੇ ਸਨ, ਮਲਕ ਸਾਹਿਬ ਤੁਸੀਂ ਵੀ ਸ਼ਾਮਲ ਸੀ, 20 ਬੰਦੇ ਸਨ। ਅੱਜ ਮਾਸ਼ਾਅੱਲਾ ਹੋਰ ਵੱਧ ਗਏ ਨੇ। ਤੇ ਜਦੋਂ ਲੋਕ ਰਿਜ਼ਲਟ ਦੇਖਣਗੇ ਨਾ ਔਰ ਸੱਚਾਈ ਦੇਖਣਗੇ ਤਾਂ ਫਿਰ ਹੋਰ ਵਾਧਾ ਹੋ ਜਾਏਗਾ। ਤੇ ਹੁਣ ਜਦੋਂ ਸੌਖਾ ਜਿਹਾ ਇਲਾਜ ਹੈ, ਜਦੋਂ ਜੜ ਨੂੰ ਸੌਖਾ ਰਸਤਾ ਮਿਲੇ, ਜੜ ਸੌਖੀ ਤੁਰੇ, ਤੇ ਤੁਸੀਂ ਸਮਝ ਲਓ ਨਾ ਕਿ ਪੌਦਾ ਵੀ ਉੱਤੇ ਆਪਣੀ ਗਰੋਥ ਜ਼ਿਆਦਾ ਵਧਾਏਗਾ। ਤੇ ਜਦੋਂ ਜੜ ਰੁਕ ਕੇ ਚੱਲੇਗੀ ਤੇ ਪੌਦਾ ਆਪਣੀ ਜਿਹੜੀ ਹੈ ਨਾ ਗਰੋਥ ਨਹੀਂ ਵਧਾਏਗਾ। ਹੁਣ ਇੱਕ ਪੌਦਾ ਉਹਨੂੰ ਜ਼ੋਰ ਲਾ ਕੇ ਜੜਾਂ ਥੱਲੇ ਭੇਜਣੀਆਂ ਪੈ ਰਹੀਆਂ ਨੇ, ਤੇ ਜਦੋਂ ਪੌਦਾ ਜ਼ੋਰ ਤੋਂ ਬਗੈਰ ਫਟਾਫਟ ਹੀ ਜੜਾਂ ਥੱਲੇ ਲੈ ਕੇ ਜਾਏਗਾ ਤੇ ਗੁੱਛਾ ਬਣਾਏਗਾ। ਇਹਨੇ ਤੁਹਾਡੀ ਜ਼ਮੀਨ ਨੂੰ ਖੋਈ ਦੀ ਤਰ੍ਹਾਂ ਨਰਮ ਕਰ ਦੇਗਾ। ਤੇ ਰਾਣਾ ਸਾਹਿਬ ਨੇ ਉਸ ਜਗ੍ਹਾ ਉੱਤੇ ਮਕਈ ਲਾਈ ਜਿੱਥੇ ਮਕਈ ਉਗਦੀ ਨਹੀਂ ਸੀ। ਤੇ ਅੱਜ ਤੁਸੀਂ ਪੂਰਾ ਪਿੰਡ ਜਾ ਕੇ ਵੇਖਿਆ ਹੈਗਾ, ਮਲਿਕ ਸਾਹਿਬ ਤੁਸੀਂ ਵੀ ਵਿਜ਼ਿਟ ਕੀਤਾ ਹੈਗਾ ਕਿ ਉਸ ਜਗ੍ਹਾ ਤੇ ਮਕਈ ਬੜੀ ਸੋਹਣੀ ਉਗੀ। ਵਜ੍ਹਾ ਕੀ ਹੈ ਕਿ ਉਹਨੇ ਜ਼ਮੀਨ ਨੂੰ ਸਹੀ ਕਰ ਦਿੱਤਾ। ਮੈਂ ਕੋਈ ਵੀ ਐਸਾ ਕੰਮ ਨਹੀਂ ਕਰਦਾ ਜਿਹਦੇ ਚ ਦੋ ਨੰਬਰੀ ਹੋਵੇ। ਉਹਨੂੰ ਤੁਸੀਂ ਹੱਥ ਤੇ ਮਾਰ ਲਓ, ਤੁਸੀਂ ਉਹਨੂੰ ਮੂੰਹ ਤੇ ਮਾਰ ਲਓ, ਤੁਸੀਂ ਕਿਸੇ ਆਪਣੇ ਜਾਨਵਰ ਨੂੰ ਪਿਆ ਕੇ ਦੇਖ ਲਓ, ਕਿਸੇ ਮੁਰਗੀ ਨੂੰ ਪਿਆ ਕੇ ਦੇਖ ਲਓ, ਤੇ ਉਹਦੇ ਵਿੱਚ ਕੋਈ ਵੀ ਐਸਾ ਕੈਮੀਕਲ ਨਹੀਂ ਹੈ ਜਿਹੜਾ ਕਿ ਤੁਹਾਨੂੰ ਕਿਸੇ ਚੀਜ਼ ਨੂੰ ਵੀ ਖਰਾਬ ਕਰੇ। ਇਹਦੇ ਇੰਨੇ ਕੁ ਫਾਇਦੇ ਨੇ
ਕਿ ਜਦੋਂ ਤੁਸੀਂ ਆਪਣੇ ਪੈਰਾਂ ਤੇ ਲੋ ਜਾਓਗੇ ਨਾ ਤੇ ਫਿਰ ਤੁਸੀਂ ਖੁਦ ਹੀ ਦੇਖਣਾ। ਅੱਛਾ ਜਦੋਂ ਤੁਸੀਂ ਰੋਟਾਵੇਟਰ ਚਲਾਓਗੇ ਤੇ ਰੋਟਾਵੇਟਰ ਨੂੰ ਲਾਉਣ ਦੀ ਲੋੜ ਹੀ ਨਹੀਂ ਪਏਗੀ, ਸੀਆਂ ਨਾਲ ਹੀ ਜ਼ਮੀਨ ਤੇ ਆਉਣਾ। ਹਰ ਜਗ੍ਹਾ ਤੇ 50% ਪਾਣੀ ਵੱਜਦਾ ਪਿਆ। ਮੈਂ ਨਹੀਂ ਕਹਿ ਰਿਹਾ, ਫਾਰਮਰ ਕਹਿ ਰਿਹਾ। ਅੱਜ ਮੈਂ ਤੁਹਾਨੂੰ ਦੱਸ ਰਿਹਾ, ਕੱਲ ਨੂੰ ਤੁਸੀਂ ਆਪਣੀ ਜ਼ਮੀਨਾਂ ਤੇ ਦੱਸੋਗੇ। ਫਿਰ ਉਸ ਤੋਂ ਬਾਅਦ ਜਿਹੜੇ ਝਾੜ ਦਾ ਫਰਕ ਆ ਰਿਹਾ ਉਹ ਬਹੁਤ ਜ਼ਿਆਦਾ ਆਉਂਦੇ ਆ। ਉਹ ਜਿਹੜਾ ਜਿੰਨੀ ਵੀ ਤੁਸੀਂ ਖੁਰਾਕ ਪਾ ਰਹੇ ਹੋ ਨਾ ਉਹ ਸਾਰੀ ਪੌਦੇ ਨੂੰ 100% ਦੇ ਰਹੀ। ਦੇਖੋ ਇਹ ਕਿੰਨੀ ਵੱਡੀ ਗੱਲ ਹੈ। ਡੀਏਪੀ ਤੁਸੀਂ ਪਾਉਂਦੇ ਹੋ 40% ਡੀਏਪੀ ਲੱਗਦੀ ਹੈ, ਬਾਕੀ ਡੀਏਪੀ ਉੱਤੇ ਹੀ ਰਹਿ ਜਾਂਦੀ ਹੈ। ਫਾਰਮਰ ਦਾ ਮੁਸ਼ਕਲ ਹੈ ਨਾ ਮਲਿਕ ਸਾਹਿਬ। ਤੇ ਜਦੋਂ ਮੂੰਜੀ ਤਿਆਰ ਹੋ ਜਾਂਦੀ ਹੈ ਅਸੀਂ ਪਾਣੀ ਰੋਕਦੇ ਹਾਂ ਕਿ ਯਾਰ ਇਹ ਪਕਾਈ ਕਰ ਗਏ। ਇਸ ਤਰ੍ਹਾਂ ਹੀ ਹੈ ਮਲਿਕ ਸਾਹਿਬ। ਤੁਹਾਨੂੰ ਇਹ ਵੀ ਪਤਾ ਲੱਗਾ ਨਾ ਕਿ ਸ਼ਾਹ ਜੀ ਨੇ ਕੰਮ ਵੀ ਕੀਤਾ ਹੋਇਆ, ਨਹੀਂ ਕਿ ਐਵੇਂ ਚੁੱਕ ਕੇ ਆ ਗਿਆ ਜੀ ਇਹ ਫੜੋ ਜੀ ਬਿਲੋ ਜੀ। ਮੈਂ ਮੋਗਿਆ ਤੇ ਆਪ ਬੈਠਾ, ਮੈਂ ਆਪ ਮਹੀਨਾ ਉੱਤੇ 2-2 ਹਜ਼ਾਰ ਏਕੜ ਮੈਂ ਖੁਦ ਕੰਮ ਕੀਤਾ, 500 ਏਕੜ ਦੇ ਕੰਮ ਕੀਤਾ, ਠੀਕ ਹੈ ਨਾ ਜੀ। ਅੱਛਾ ਜਦੋਂ ਮੂੰਜੀ ਦਾ ਪਾਣੀ ਤੁਸੀਂ ਰੋਕਦੇ ਹੋ ਤੇ ਤੁਹਾਡੀ ਜ਼ਮੀਨ ਜਿਹੜੀ ਹੈ ਨਾ ਆਸਤਾ ਸੁੱਕਣਾ ਸ਼ੁਰੂ ਹੋ ਜਾਊਗੀ। ਜਦੋਂ ਤੱਕ ਮੂੰਜੀ ਤਿਆਰ ਹੁੰਦੀ ਹੈ 2-4 ਦਿਨਾਂ ਧੁੱਪਾਂ ਤੋਂ ਬਾਅਦ ਉਹ ਜ਼ਮੀਨ ਇੰਨੀ ਸਖਤ ਹੋ ਜਾਂਦੀ ਹੈ ਕਿ ਉਹਦੇ ਵਿੱਚ ਤੁਸੀਂ ਕੋਈ ਚੀਜ਼ ਮਾਰੋਗੇ ਤੇ ਉਹ ਵਿੱਚ ਜਾਏਗੀ ਨਹੀਂ। ਹੈ ਕਿ ਨਹੀਂ ਹਸਨਾ? ਇਹ ਕੀ ਕਰੇਗੀ? ਤੁਹਾਡਾ ਸਾਥ ਕਿਵੇਂ ਦੇਗੀ? ਤੁਹਾਡੀ ਕਿਵੇਂ ਝਾੜ ਵਧਾਏਗੀ? ਇਹ ਅੰਦਰ ਪਾਣੀ ਜਿਹੜਾ ਨਾ ਤੁਹਾਡਾ ਸਟਾਕ ਕਰ ਲੇਗੀ। ਇਹਦੇ ਨਾਲ ਤੁਹਾਨੂੰ ਅੰਦਰ ਟੈਂਕ ਬਣ ਜਾਣਗੇ। ਪਹਿਲਾ ਟੈਂਕ ਪਹਿਲੀ ਐਪਲੀਕੇਸ਼ਨ ਤੋਂ ਬਾਅਦ, ਦੂਜਾ ਟੈਂਕ ਦੂਜੀ ਐਪਲੀਕੇਸ਼ਨ ਤੋਂ ਬਾਅਦ। ਜਦੋਂ ਤੁਸੀਂ ਪਾਣੀ ਰੋਕਣਾ ਤੁਸੀਂ ਜ਼ਮੀਨ ਚੈੱਕ ਕਰਦੇ ਰਹਿਣਾ। ਜ਼ਮੀਨ ਤੁਹਾਡੀ ਨਰਮ ਹੀ ਰਹੇਗੀ ਜਿੰਨੀ ਦੇਰ ਤੱਕ ਪੌਦੇ ਦੀ ਪਕਾਈ ਨਹੀਂ ਹੋਈ। ਅੱਛਾ ਹੁੰਦਾ ਕੀ ਹੈ? ਹੁੰਦਾ ਐਵੇਂ ਕਿ ਜਦੋਂ ਜ਼ਮੀਨ ਡਰਾਈ ਹੁੰਦੀ ਹੈ ਨਾ ਤੇ ਪਾਣੀ ਉੱਤੇ ਆਣਾ, ਪਾਣੀ ਦਾ ਮਈਆ ਆਣਾ ਬੰਦ ਹੋ ਜਾਂਦਾ ਹੈ ਤੇ ਜਿਹੜੇ ਵਿੱਚ ਦਾਣੇ ਨੇ ਨਾ ਸੁੱਕਣਾ ਸ਼ੁਰੂ ਹੋ ਜਾਂਦੇ ਨੇ। ਸੁੱਕਣਾ ਸ਼ੁਰੂ ਹੁੰਦੇ ਨੇ ਤੇ ਉਹਦੀ ਵਜ੍ਹਾ ਨਾਲ ਦਾਣੇ ਦਾ ਜਿਹੜਾ ਸਾਈਜ਼ ਆ ਨਾ ਛੋਟਾ ਵੱਡਾ ਹੁੰਦਾ। ਇਹਨੇ ਜਿੰਨੀ ਦੇਰ ਤੱਕ ਤੁਹਾਡੀ ਪਕਾਈ ਨਹੀਂ ਹੋਣੀ ਇਹਨੇ ਪਾਣੀ ਦਿੰਦੇ ਰਹਿਣਾ, ਖੁਰਾਕ ਦਿੰਦੇ ਰਹਿਣਾ ਹੈ ਨਾ। ਮਤਲਬ ਸਾਹਿਬ ਕਿ ਪਕਾਈ ਤੱਕ ਪਾਣੀ ਔਰ ਖੁਰਾਕ ਮਿਲਦੀ ਰਹੇਗੀ, ਉੱਤੇ ਹੀ ਪੱਕ ਜਾਏਗੀ, ਜ਼ਮੀਨ ਵੀ ਨਰਮ ਹੋਏਗੀ ਤੇ ਪੌਦਾ ਵੀ ਹਰਾ ਹੋਏਗਾ ਤੇ ਮੂੰਗੀ ਪੱਕੀ ਹੋਏਗੀ। ਐਸੀ ਗੱਲ ਹੈ। ਆਖਰੀ ਦਫਾ ਇੱਕ ਨਾਰਾ ਦਿਲ ਨਾਲ ਖੜੇ ਹੋ ਕੇ ਅੱਲਾਹ ਅਕਬਰ ਦਾ ਮਾਰੋ ਔਰ ਵਾਦਾ ਕਰਨਾ ਹੈ ਤੁਸੀਂ। ਦਾਨਾ ਸਾਹਿਬ ਹੱਥਾਂ ਜੀ ਹੱਥ ਜਰਾ ਫੜੋ ਸਭ ਤੇ ਇੱਥੇ ਲੈਣ ਲੈਣਾ ਲੋ ਜੀ। ਆਊਜ਼ੂ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤੁਸੀਂ ਸਾਰੇ ਮੇਰੇ ਨਾਲ ਵਾਦਾ ਕਰਦੇ ਹੋ ਕਿ ਝੂਠ ਨਹੀਂ ਬੋਲੋਗੇ ਔਰ ਆਪਣੀਆਂ ਜ਼ਮੀਨਾਂ ਤੇ ਮਿਹਨਤ ਕਰਕੇ ਅਸੀਂ ਪੂਰੇ ਪਾਕਿਸਤਾਨ ਵਿੱਚ ਇਹਦੀ ਮਿਸਾਲ ਕਾਇਮ ਕਰਾਂਗੇ ਕਿ ਅੱਲਾਹ ਦੇ ਹੁਕਮ ਨਾਲ 1 ਏਕੜ 2 ਏਕੜ ਵਾਲੇ ਵੀ ਫਾਰਮਰ ਮਿਹਨਤ ਕਰਕੇ ਅੱਗੇ ਵੱਧ ਸਕਦੇ ਨੇ ਇਨਸ਼ਾਅੱਲਾ। ਔਰ ਇੱਕ ਨਾਰਾ ਦਿਲ ਨਾਲ ਜ਼ੋਰ ਦੀ ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ। और तुसी मेरा साथ देना और असीं मेहनत करके दिखाना कि अगली दफा इंशाअल्लाह 22 पिंड साडे नाल खलोते होणगे इंशाअल्लाह। अल्लाहु अकबर। बहुत शुक्रिया जी। सैयद बाबर हुसैन शाह साहब, सैयद बाबर हुसैन शाह साहब। जिन्हां दा ना जग ते कोई ओ भी पुत्तर पलदे वेखे, ओदी रहमत दे नाल बंदे पानी उत्ते चलदे वेखे। लोकी कहंदे दाल नहीं गलदी, मैं ते पत्थर गलदे वेखे। जिन्हां कदर ना कीती भुलिया हथ ओ खाली मलदे वेखे। रब रब करदे वड्डे हो गए मुल्ला पंडित सारे, रब दा खोज खुरा ना लब्भा सजदे कर हारे।